हाँ जी डियर स्टूडेंट्स, ਤੁਹਾਡਾ ਇੱਕ ਵਾਰੀ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਆਪਣੇ ਸਟੱਡੀ ਸਮਾਰਟ ਹੱਬ ਦੇ ਉੱਪਰ। ਅੱਜ ਆਪਾਂ ਬੱਚੇ ਡਿਸਕਸ ਕਰਨ ਜਾ ਰਹੇ ਹਾਂ ਰਿਲੇਸ਼ਨਸ਼ਿਪ ਆਫ ਪੋਲੀਟੀਕਲ ਸਾਇੰਸ ਵਿਦ ਇਕਨੋਮਿਕਸ ਐਂਡ ਹਿਸਟਰੀ। ਜੇ ਇਸ ਚੈਨਲ ਨੂੰ ਤੁਸੀਂ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਹੁਣੇ ਹੀ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਤਾਂ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਦੇ ਹਾਂ ਰਿਲੇਸ਼ਨਸ਼ਿਪ ਆਫ ਪੋਲੀਟੀਕਲ ਸਾਇੰਸ ਵਿਦ ਇਕਨੋਮਿਕਸ। ਇਕਨੋਮਿਕਸ ਇਜ਼ ਫਾਈਨੈਂਸ਼ੀਅਲ ਸਟਰਕਚਰ ਆਫ ਸਟੇਟ। ਆਪਾਂ ਇਕਨੋਮਿਕਸ ਦਾ ਮੀਨਿੰਗ ਵੀ ਜੇ ਆਪਾਂ ਸਟੇਟ ਦੇ ਅਕੋਰਡਿੰਗ ਜਾਂ ਪੋਲੀਟੀਕਲ ਸਾਇੰਸ ਦੇ ਅਕੋਰਡਿੰਗ ਦੇਖਦੇ ਹਾਂ ਤਾਂ ਫਾਈਨੈਂਸ਼ੀਅਲ ਸਟਰਕਚਰ ਆਫ ਅ ਸਟੇਟ, ਕਿ ਇੱਕ ਸਟੇਟ ਦਾ ਜਿਹੜਾ ਆਰਥਿਕ ਢਾਂਚਾ ਹੈ ਉਸ ਦੇ ਨਾਲ ਸੰਬੰਧਿਤ ਵਿਸ਼ਾ ਹੈ ਜਿਹੜਾ ਇਹ ਮੰਨਿਆ ਜਾਂਦਾ ਹੈ ਇਕਨੋਮਿਕਸ। ਪੋਲੀਟੀਕਲ ਸਾਇੰਸ ਆਪਾਂ ਨੂੰ ਪਤਾ ਹੀ ਹੈ ਰਾਜੇ, ਸਟੱਡੀ ਆਫ ਸਟੇਟ ਐਂਡ ਗਵਰਨਮੈਂਟ ਇਨ ਸਿਸਟਮੈਟਿਕ ਵੇ, ਕਿ ਜਿਹੜੀ ਆਪਣੀ ਸਟੇਟ ਹੈ ਉਹਦਾ ਨੇਚਰ ਕੀ ਹੈ, ਉਹਦੀ ਓਰੀਜਨ ਕੀ ਹੈ, ਗਵਰਨਮੈਂਟ, ਫਾਰਮਸ ਆਫ ਗਵਰਨਮੈਂਟ, ਟਾਈਪਸ ਆਫ ਗਵਰਨਮੈਂਟ, ਹੈ ਨਾ, ਆਰਗਨਸ ਆਫ ਗਵਰਨਮੈਂਟ, ਇਹਨਾਂ ਸਾਰਿਆਂ ਦੀ ਜਿਹੜੀ ਸਿਸਟਮੈਟਿਕ ਸਟੱਡੀ ਹੈ ਬੱਚੇ, ਉਹਨੂੰ ਆਪਾਂ ਕੀ ਕਹਿੰਦੇ ਹਾਂ, ਪੋਲੀਟੀਕਲ ਸਾਇੰਸ ਕਹਿੰਦੇ ਹਾਂ। ਤਾਂ ਦੋਨਾਂ ਦਾ ਮੀਨਿੰਗ ਕਰਨ ਤੋਂ ਬਾਅਦ ਹੁਣ ਆਪਾਂ ਕਰਦੇ ਹਾਂ ਕੰਟਰੀਬਿਊਸ਼ਨ ਆਫ ਇਕਨੋਮਿਕਸ ਟੂ ਪੋਲੀਟੀਕਲ ਸਾਇੰਸ, ਕਿ ਜਿਹੜਾ ਅਰਥ ਸ਼ਾਸਤਰ ਹੈ, ਇਕਨੋਮਿਕਸ ਹੈ, ਉਹਦੀ ਰਾਜਨੀਤਿਕ ਵਿਗਿਆਨ ਨੂੰ ਕੀ ਕੰਟਰੀਬਿਊਸ਼ਨ ਹੈ, ਕੀ ਦੇਣ ਹੈ। ਸਭ ਤੋਂ ਪਹਿਲਾਂ ਹੈ ਪੋਲੀਟੀਕਲ ਆਈਡੀਓਲੋਜੀਜ਼ ਆਰ ਇਨਫਲੂਐਂਸਡ ਬਾਏ ਇਕਨੋਮਿਕ ਕੰਡੀਸ਼ਨਸ, ਕਿ ਜਿਹੜੀਆਂ ਰਾਜਨੀਤਿਕ ਵਿਚਾਰਧਾਰਾਵਾਂ ਨੇ ਉਹ ਆਲਵੇਜ਼ ਕਾਸ ਤੋਂ ਇਨਫਲੂਐਂਸ ਹੁੰਦੀਆਂ ਨੇ ਇਕਨੋਮਿਕ ਕੰਡੀਸ਼ਨ, ਆਰਥਿਕ ਹਾਲਾਤਾਂ ਤੋਂ। ਕਿ ਜਿਵੇਂ ਕਿ ਹੁਣ ਜੇ ਆਪਾਂ ਪ੍ਰੈਜ਼ੈਂਟ ਐਗਜ਼ਾਮਪਲ ਲਈਏ, ਹੈ ਨਾ, ਇੰਡੀਆ ਦਾ ਸਿਸਟਮ ਦੀ ਐਗਜ਼ਾਮਪਲ ਲੈਂਦੇ ਹੈਗੇ ਆਪਾਂ, ਤਾਂ ਆਪਾਂ ਦੇਖਦੇ ਹੈਗੇ ਹਾਂ ਕਿ ਜਿਹੜੀ ਆਪਣੀ ਇਕਨੋਮਿਕ ਕੰਡੀਸ਼ਨ ਹੋਊਗੀ ਦੇਸ਼ ਦੀ, ਉਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਕੋਈ ਵੀ ਗਵਰਨਮੈਂਟ ਹੈ ਜਿਹੜੀ ਉਹ ਨਵੀਂ ਪਾਲਿਸੀ ਹੈ ਜਿਹੜੀ ਉਹ ਲੈ ਕੇ ਆਊਗੀ। ਜਿਵੇਂ ਕਿ ਹੁਣ ਤੁਸੀਂ ਸੁਣਿਆ ਹੋਣਾ ਜਾਂ ਦੇਖਿਆ ਵੀ ਹੈਗਾ ਸਾਰਿਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਆਈ, ਨਹੀਂ 2 ਕਿਲੋ ਆਟਾ, ਹੈ ਨਾ, 2 ਰੁਪਏ ਕਿਲੋ ਆਟਾ, ਹੈ ਨਾ, 1 ਰੁਪਏ ਕਿਲੋ ਚਾਵਲ, ਮਤਲਬ ਇਹੋ ਜਿਹੀਆਂ ਸਕੀਮਸ ਲਿਆਂਦੀਆਂ। ਤਾਂ ਇਹ ਇਕਨੋਮਿਕ ਕੰਡੀਸ਼ਨਸ ਦੇ ਨਾਲ ਜੁੜੀਆਂ ਹੋਈਆਂ ਸਕੀਮਸ ਹੈ। ਨਾਲੇ ਤਾਂ ਉਹਨਾਂ ਨੇ ਆਪਦੀ ਜਗ੍ਹਾ ਬਣਾਈ ਪੰਜਾਬ 'ਚ, ਨਾਲੇ ਉਹਨਾਂ ਨਾਲ ਇਸ ਸਕੀਮ ਦੇ ਨਾਲ ਮਤਲਬ ਕਿ ਜਿਹੜੇ ਆਰਥਿਕ ਹਾਲਾਤਾਂ ਤੋਂ ਪਿਛੜੇ ਲੋਕ ਸੀਗੇ ਉਹਨਾਂ ਦੀ ਹੈਲਪ ਵੀ ਹੋਈ। ਅਤੇ ਕੁਛ ਕੁ ਪੋਲੀਟੀਕਲ ਆਈਡੀਓਲੋਜੀਜ਼ ਇਹੋ ਜਿਹੀਆਂ ਵੀ ਰਹੀਆਂ ਨੇ, ਜੇ ਆਪਾਂ ਹਿਸਟਰੀ ਦੇ ਵਿੱਚ ਜਾ ਕੇ ਦੇਖੀਏ, ਜਿਵੇਂ ਕਲੋਨੀਅਲਿਜ਼ਮ, ਜਿਹਨੂੰ ਪੰਜਾਬੀ 'ਚ ਤੁਸੀਂ ਕਹੋਗੇ ਬਸਤੀਵਾਦ। ਪਾਵਰਫੁਲ ਕੰਟਰੀ ਕੰਟਰੋਲ ਅਨਦਰ ਕੰਟਰੀ ਟੂ ਮੇਕ ਕਲੋਨੀਜ਼ ਫॉर ਇਕਨੋਮਿਕ ਪਰਪਜ਼, ਕਿ ਜਿਹੜੇ ਪਾਵਰਫੁਲ ਕੰਟਰੀਜ਼ ਨੇ ਉਹਨਾਂ ਨੇ ਜਿਹੜੀ ਵੀਕ ਕੰਟਰੀਜ਼ ਆ ਉਹਨਾਂ ਨੂੰ ਕਲੋਨੀ ਬਣਾਇਆ ਆਰਥਿਕ ਉਦੇਸ਼ਾਂ ਦੇ ਲਈ। ਜਿਵੇਂ ਆਪਾਂ ਇੰਡੀਆ ਦਾ ਐਗਜ਼ਾਮਪਲ ਲਈਏ, ਜਦੋਂ ਸਭ ਤੋਂ ਪਹਿਲਾਂ ਬ੍ਰਿਟਿਸ਼ ਮਤਲਬ ਕੰਪਨੀ ਰੂਲ ਕਰਦੀ ਹੈ ਤਾਂ ਉਹ ਆਪਾਂ ਨੂੰ ਇੰਡੀਆ ਨੂੰ ਇੱਕ ਕਲੋਨੀ ਬਣਾ ਕੇ ਚੱਲਦੀ ਹੈ, ਕਿ ਇੰਡੀਆ ਦੇ ਵਿੱਚੋਂ ਰॉ ਮਟੀਰੀਅਲ ਲੈ ਕੇ ਜਾਂਦੀ ਹੈ, ਹੈ ਨਾ, ਆਪਣੇ ਦੇਸ਼ ਦੇ ਵਿੱਚ ਉਹਨਾਂ ਦਾ ਮਤਲਬ ਇੰਡਸਟਰੀਅਲ ਗਰੋਥ ਹੋਣੀ ਸ਼ੁਰੂ ਹੋ ਗਈ ਸੀ, ਕੁਛ ਹੋ ਵੀ ਚੁੱਕੀ ਸੀ, ਤਾਂ ਉੱਧਰੋਂ ਉਹ ਮਤਲਬ ਕਿ ਪ੍ਰਪੇਅਰ ਕਰਕੇ ਦੁਬਾਰਾ ਉਸਨੂੰ ਯੂਜ਼ਯੋਗ ਬਣਾ ਕੇ ਸਮਾਨ ਨੂੰ ਇੱਧਰ ਆ ਕੇ ਸੇਲ ਕਰਦੀ ਸੀ, ਅਤੇ ਕਲੋਨੀ ਸੀ ਸਿਰਫ, ਮਤਲਬ ਐਜ਼ ਅ ਕਲੋਨੀ ਯੂਜ਼ ਕੀਤਾ ਕਿ ਆਪਦਾ ਇਕੋਨੋਮਿਕ ਪਰਪਜ਼ ਹੈ ਜਿਹੜਾ ਉਹ ਪੂਰਾ ਹੋ ਸਕੇ। ਫਿਰ ਦੂਸਰੀ ਆਈਡੀਓਲੋਜੀ ਆਈ ਇੰਪੀਰੀਅਲਿਜ਼ਮ, ਸਮਰਾਜਵਾਦ। ਪਾਵਰਫੁਲ ਕੰਟਰੀ ਐਕਸਟੈਂਡ ਇਟਸ ਪਾਵਰ ਇਨਟੂ ਅਨਦਰ ਟੈਰੀਟਰੀ ਬਾਈ ਟੇਕ ਓਵਰ, ਕਿ ਜਿੱਤ ਕੇ ਉਸ ਭੂ ਭਾਗ ਦੇ ਉੱਪਰ ਵੀ ਆਪਦਾ ਅਧਿਕਾਰ ਕਰ ਲੈਣਾ। ਜਿਵੇਂ ਇੰਡੀਆ ਦੇ ਵਿੱਚ ਬ੍ਰਿਟਿਸ਼ਜ਼ ਆਏ, ਛੱਡ ਗਏ, ਠੀਕ ਹੈ, ਰੂਲ ਕੀਤਾ, ਆਪਦਾ ਫਾਇਦਾ ਬਣਾਇਆ, ਜਿਵੇਂ ਵੀ ਇਕੋਨੋਮਿਕ ਪਰਪਜ਼ ਪੂਰੇ ਕੀਤੇ, ਅਤੇ ਬਾਅਦ ਦੇ ਵਿੱਚ ਛੱਡ ਗਏ। ਇੰਪੀਰੀਅਲਿਜ਼ਮ ਹੁੰਦਾ ਹੈ ਕਿ ਤੁਹਾਡੀ ਬਾਊਂਡਰੀ ਦੇ ਨਾਲ ਲੱਗਦਾ ਦੇਸ਼ ਆ ਉਹ, ਜਾਂ ਕਿਤੇ ਹੋਰ ਹੈ, ਉਹਦੇ ਉੱਪਰ ਤੁਸੀਂ ਹਮਲਾ ਕਰਕੇ ਉਹਦੇ ਉੱਪਰ ਆਪਦਾ ਰਾਜ ਸਥਾਪਿਤ ਕਰ ਲਓ, ਅਤੇ ਉੱਥੋਂ ਦੇ ਜਿੰਨੇ ਵੀ ਇਕੋਨੋਮਿਕ ਸੋਰਸਿਸ ਨੇ ਉਹਨਾਂ ਨੂੰ ਸਾਰਿਆਂ ਨੂੰ ਆਪਦੇ ਹੱਥਾਂ ਦੇ ਵਿੱਚ ਲੈ ਲਓ। ਤਾਂ ਇੰਪੀਰੀਅਲਿਜ਼ਮ ਆਇਆ। ਇੰਪੀਰੀਅਲਿਜ਼ਮ ਤੋਂ ਬਾਅਦ ਰਾਜੇ ਸੋਸ਼ਲਿਜ਼ਮ, ਸਮਾਜਵਾਦ ਹੈ ਪੋਲੀਟੀਕਲ ਆਈਡੀਆ ਇਨ ਵਿਚ ਆਲ ਪੀਪਲ ਆਰ ਇਕੁਅਲ, ਮਨੀ ਐਂਡ ਪ੍ਰੋਪਰਟੀ ਸ਼ੁੱਡ ਬੀ ਇਕੁਅਲੀ ਡਿਵਾਈਡਡ, ਕਿ ਸੋਸ਼ਲਿਜ਼ਮ ਸਮਾਜਵਾਦ ਦਾ ਮਤਲਬ ਹੈ ਕਿ ਸਾਰੇ ਪੀਪਲ ਇੱਕੋ ਜਿਹੇ ਹੈ, ਜਿਹੜੀ ਮਨੀ ਹੈ, ਪੈਸਾ ਹੈ, ਪ੍ਰੋਪਰਟੀ ਹੈ, ਉਹ ਇੱਕੋ ਜਿਹੀ ਵੰਡੀ ਹੋਣੀ ਚਾਹੀਦੀ ਹੈ, ਉਹਨੂੰ ਆਪਾਂ ਸੋਸ਼ਲਿਜ਼ਮ ਕਹਿੰਦੇ ਹਾਂ। ਤਾਂ ਇਸ ਤੋਂ ਨਾਲ ਆਪਾਂ ਨੂੰ ਮਤਲਬ ਇਹ ਪਤਾ ਲੱਗਦਾ ਹੈਗਾ ਕਿ ਆਰਥਿਕ ਹਾਲਾਤਾਂ ਤੋਂ ਪ੍ਰਭਾਵਿਤ ਹੋ ਕੇ ਪੋਲੀਟੀਕਲ ਆਈਡੀਓਲੋਜੀਜ਼ ਨੇ ਜਿਹੜੀਆਂ ਉਹ ਬਣਦੀਆਂ ਨੇ। ਦਾ ਮਾਡਰਨ ਸਟੇਟ ਨੀਡਸ ਅਸਿਸਟੈਂਟ ਆਫ ਇਕਨੋਮਿਕਸ, ਕਿ ਜਿਹੜਾ ਪ੍ਰੈਜੈਂਟ ਮਾਡਰਨ ਸਟੇਟ ਆ ਉਹਨੂੰ ਇਕੋਨੋਮਿਕ ਅਸਿਸਟੈਂਸ ਚਾਹੀਦੀ ਹੈ, ਕਿਉਂਕਿ ਇੰਟਰਨੈਸ਼ਨਲੀ ਉਹਨੇ ਆਪਣੇ ਆਪ ਨੂੰ ਅੱਛੀ ਜਗ੍ਹਾ ਦੇ ਉੱਪਰ ਸ਼ੋਅ ਕਰਨਾ ਹੈ। ਹੁਣ ਦੇਸ਼ ਦੇ ਵਿੱਚ ਚਾਹੇ ਗਰੀਬੀ ਚੱਲ ਰਹੀ ਹੈ ਨਾ, ਲੋਕ ਭੁੱਖ ਨਾਲ ਵੀ ਮਰ ਰਹੇ ਨੇ, ਪਰ ਇੰਟਰਨੈਸ਼ਨਲ ਲੈਵਲ 'ਤੇ ਉਹ ਚੀਜ਼ ਹੈ ਜਿਹੜੀ ਮਤਲਬ ਇੱਕ IMF ਦੇ ਵਿੱਚ ਜਗ੍ਹਾ ਹੈ, WHO ਦੇ ਵਿੱਚ, WTO ਦੇ ਵਿੱਚ ਜਿਹੜੀ ਜਗ੍ਹਾ ਹੈ, ਉਸ ਜਗ੍ਹਾ ਨੂੰ ਅੱਛਾ ਦਿਖਾਉਣ ਦੇ ਲਈ ਇਕੋਨੋਮਿਕ ਅਸਿਸਟੈਂਸ ਵੀ ਮਾਡਰਨ ਸਟੇਟ ਦਾ ਇੱਕ ਮਤਲਬ
ਡਿਮਾਂਡ ਹੈਗੀ ਹੈ। ਅਤੇ ਜਦੋਂ ਆਪਾਂ ਆਪਣੇ ਦੇਸ਼ ਨੂੰ ਇੰਟਰਨੈਸ਼ਨਲੀ ਦੇਖਦੇ ਹਾਂ ਤਾਂ ਉਹ ਪੋਲੀਟੀਕਲ ਇਸ਼ੂ ਬਣ ਜਾਂਦਾ ਹੈ ਨਾ। ਅਤੇ ਜਿਹੜੀ ਇਕੋਨੋਮਿਕ ਅਸਿਸਟੈਂਟ ਆ ਉਹ ਇਕਨੋਮਿਕਸ ਦਾ ਵਿਸ਼ਾ ਹੈ, ਇਸ ਕਰਕੇ ਉਹ ਦੋਨੋਂ ਵਿਸ਼ੇ ਹੈ ਜਿਹੜੇ ਆਪਸ ਦੇ ਵਿੱਚ ਕਿਤੇ ਨਾ ਕਿਤੇ ਕੋਰਿਲੇਟ ਰੱਖਦੇ ਆ। ਨੈਕਸਟ ਹੈ ਪਾਲਿਸੀਜ਼ ਆਫ ਗਵਰਨਮੈਂਟ ਆਰ ਇਨਫਲੂਐਂਸਡ ਬਾਈ ਇਕੋਨੋਮਿਕ ਕੰਡੀਸ਼ਨਸ, ਕਿ ਜਿਹੜੀਆਂ ਵੀ ਗਵਰਨਮੈਂਟ ਦੀਆਂ ਨੀਤੀਆਂ ਆਉਂਦੀਆਂ ਨੇ ਉਹ ਹਮੇਸ਼ਾ ਹੀ ਆਰਥਿਕ ਹਾਲਾਤਾਂ ਤੋਂ ਪ੍ਰਭਾਵਿਤ ਹੁੰਦੀਆਂ ਨੇ। ਠੀਕ ਹੈ, ਜਿਵੇਂ ਕਿ ਉਜਵਲਾ ਯੋਜਨਾ ਹੈ ਕਿ ਸਾਰੇ ਦੇਸ਼ ਦੇ ਵਿੱਚ ਸਾਰਿਆਂ ਨੂੰ ਮਤਲਬ ਕਿ ਜਿਹੜੀ ਗੈਸ ਹੈ ਜਿਹੜੀ ਉਹ ਪ੍ਰੋਵਾਈਡ ਹੋ ਸਕੇ, ਗਰੀਬਾਂ ਲਈ ਉਸਨੂੰ ਸਸਤਾ ਕੀਤਾ ਗਿਆ ਹੈ ਨਾ। ਤਾਂ ਉਹ ਵੀ ਮਤਲਬ ਕਿ ਜਿਹੜੀ ਪਾਲਿਸੀ ਗਵਰਨਮੈਂਟ ਦੀ ਹੈ ਪਰ ਉਹ ਜੁੜੀ ਕਿਹਦੇ ਨਾਲ ਹੈ, ਇਕੋਨੋਮਿਕ ਕੰਡੀਸ਼ਨ ਦੇ ਨਾਲ ਹੈ। ਅਨਪੂਰਨਾ ਯੋਜਨਾ ਕਿ ਜਿਹੜੇ ਲੋਕ ਭੁੱਖੇ ਮਰ ਰਹੇ ਸੀ, ਭੁੱਖਮਰੀ ਸੀ ਹੈ ਨਾ, ਲਾਈਕ ਜਿਹੜੇ ਯੂਪੀ ਬਿਹਾਰ ਇਹੋ ਜਿਹੇ ਕੰਟਰੀਜ਼ ਸੀ, ਇਹੋ ਜਿਹੇ ਸਟੇਟਸ ਸੀਗੇ ਉੱਥੇ, ਤਾਂ ਫਿਰ ਇਹੋ ਜਿਹੀਆਂ ਸਕੀਮਸ ਵੀ ਆਈਆਂ। ਤਾਂ ਪੋਲੀਟੀਕਲ ਗਵਰਨਮੈਂਟ ਜਿਹੜੀਆਂ ਪਾਲਿਸੀਜ਼ ਬਣਾਉਂਦੀ ਆ ਉਹ ਕਿਤੇ ਨਾ ਕਿਤੇ ਇਕਨੋਮਿਕ ਕੰਡੀਸ਼ਨਸ ਤੋਂ ਪ੍ਰਭਾਵਿਤ ਹੁੰਦੀਆਂ ਨੇ। ਤਾਂ ਇਹ ਆਪਸ 'ਚ ਇਸ ਤਰੀਕੇ ਦੇ ਨਾਲ ਵੀ ਰਿਲੇਸ਼ਨ ਰੱਖਦੇ ਨੇ। ਇਕੋਨੋਮਿਕ ਕੰਡੀਸ਼ਨਸ ਆਰ ਇਫੈਕਟਡ ਦਾ ਵਰਕਿੰਗ ਆਫ ਪੋਲੀਟੀਕਲ ਸਟਰਕਚਰ, ਜਿਹੜੀਆਂ ਆਰਥਿਕ ਹਾਲਾਤ ਹੁੰਦੇ ਨੇ ਦੇਸ਼ ਦੇ ਉਹ ਆਪਣੇ ਰਾਜਨੀਤਿਕ ਢਾਂਚੇ ਨੂੰ ਪ੍ਰਭਾਵਿਤ ਕਰਦੇ ਹੈ। ਠੀਕ ਹੈ, ਜਿਵੇਂ ਕਿ ਜਦੋਂ ਵਰਲਡ ਵਾਰ ਸੈਕਿੰਡ ਹੋਇਆ 2 ਗਰੁੱਪਸ ਬਣੇ ਹੈ ਨਾ, ਕੈਪੀਟਲਿਸਟਿਕ ਅਤੇ ਕਮਿਊਨਲਿਜ਼ਮ, ਕਿ ਇੱਕ ਸਮਾਜਵਾਦ ਰਾਜ ਸੀਗਾ, ਇੱਕ ਪੂੰਜੀਵਾਦੀ ਰਾਜ ਸੀਗਾ। ਤਾਂ ਜੋ ਸਿਸਟਮ ਦੇ ਵਿੱਚ ਦੇਖਿਆ ਗਿਆ ਉਹ ਇਹੀ ਦੇਖਿਆ ਗਿਆ ਕਿ ਜਿਹੜਾ ਪੂੰਜੀਵਾਦੀ ਰਾਜ ਸੀਗਾ, ਜਿਹੜਾ ਅਮਰੀਕਾ ਸੀਗਾ, ਉਹਨੇ ਜ਼ਿਆਦਾ ਤਰੱਕੀ ਕੀਤੀ ਰੈਦਰ ਦੈਨ ਸਮਾਜਵਾਦ। ਤਾਂ ਇਕੋਨੋਮਿਕ ਕੰਡੀਸ਼ਨਸ ਤੋਂ ਪ੍ਰਭਾਵਿਤ ਹੋ ਰਹੇ ਹੋਰ ਦੇਸ਼ਾਂ ਨੇ ਵੀ ਕੈਪੀਟਲਿਜ਼ਮ ਨੂੰ ਅਪਣਾਉਣਾ ਸ਼ੁਰੂ ਕੀਤਾ, ਜਿਵੇਂ ਕਿ ਚਾਈਨਾ। ਤਾਂ ਇਹਦੇ ਨਾਲ ਕੀ ਪਤਾ ਲੱਗਦਾ ਆਪਾਂ ਨੂੰ ਕਿ ਜਿਹੜੀਆਂ ਇਕੋਨੋਮਿਕ ਹਾਲਾਤ ਨੇ ਉਹ ਆਪਣੇ ਪੋਲੀਟੀਕਲ ਸਟਰਕਚਰ ਜਿਹੜਾ ਰਾਜਨੀਤਿਕ ਢਾਂਚਾ ਹੈ ਉਸਨੂੰ ਵੀ ਇਫੈਕਟ ਕਰਦੇ ਨੇ। ਨੈਕਸਟ ਹੈ ਕੰਟਰੀਬਿਊਸ਼ਨ ਆਫ ਪੋਲੀਟੀਕਲ ਸਾਇੰਸ ਟੂ ਇਕਨੋਮਿਕਸ, ਕਿ ਇਕਨੋਮਿਕਸ ਨੂੰ ਪੋਲੀਟੀਕਲ ਸਾਇੰਸ ਦਾ ਕੀ ਕੰਟਰੀਬਿਊਸ਼ਨ ਹੈ। ਫਸਟ ਹੈ ਪ੍ਰਿੰਸੀਪਲ ਆਫ ਇਕਨੋਮਿਕਸ ਆਰ ਇੰਪਲੀਮੈਂਟਡ ਬਾਈ ਸਟੇਟ, ਕਿ ਜਿਹੜੇ ਅਰਥ ਸ਼ਾਸਤਰ ਦੇ ਸਿਧਾਂਤ ਨੇ ਉਹਨੂੰ ਇੰਪਲੀਮੈਂਟ ਕੌਣ ਕਰਦਾ, ਸਟੇਟ ਕਰਦਾ। ਜਿਵੇਂ ਕਿ ਪ੍ਰੋਡਕਸ਼ਨ, ਕਿੰਨੀ ਪ੍ਰੋਡਕਸ਼ਨ ਹੋਈ, ਕਿੰਨੀ ਐਸਟੀਮੇਟ ਕਰਕੇ ਚੱਲੇ, ਇਸ ਜਿਹੜਾ ਪ੍ਰਿੰਸੀਪਲ ਹੈ ਇਕਨੋਮਿਕਸ ਦਾ ਤੇ ਇਹਨੂੰ ਅਪਲਾਈ ਕੌਣ ਕਰਦਾ, ਪੋਲੀਟੀਕਲ ਗਵਰਨਮੈਂਟਸ ਕਰਦੀਆਂ ਨੇ। ਕੰਜਪਸ਼ਨ, ਕਿੰਨੀ ਪ੍ਰੋਡਕਸ਼ਨ ਹੋਈ, ਕਿੰਨਾ ਕੰਜ਼ਿਊਮ ਹੋਇਆ, ਕਿੰਨੇ ਆਪਣੇ ਕੋਲੇ ਸਰਪਲਸ ਰਹਿ ਗਿਆ। ਠੀਕ ਹੈ, ਇਹ ਸਾਰਾ ਆਂਕੜੇ ਆਪਣੇ ਇਕਨੋਮਿਕ ਸਟਰਕਚਰ ਦਾ ਹਿੱਸਾ ਨੇ, ਪਰ ਇਹ ਜਦੋਂ ਆਪਾਂ ਗਵਰਨਮੈਂਟ ਦੇ ਅਕੋਰਡਿੰਗ ਇਹਨੂੰ ਐਨਾਲਾਈਜ਼ ਕਰਦੇ ਹਾਂ ਜਾਂ ਸਟੱਡੀ ਕਰਦੇ ਹਾਂ ਤਾਂ ਇਹ ਪੋਲੀਟੀਕਲ ਦੁਆਰਾ ਜਾਂ ਪੋਲੀਟੀਕਲ ਸਾਇੰਸ ਜਾਂ ਸਟੇਟ ਦੁਆਰਾ ਹੀ ਉਸਨੂੰ ਇੰਪਲੀਮੈਂਟ ਕੀਤਾ ਜਾਂਦਾ ਹੈ। ਡਿਸਟਰੀਬਿਊਸ਼ਨ, ਕਿਵੇਂ ਡਿਸਟਰੀਬਿਊਟ ਕਰਨਾ। ਹੁਣ ਸਾਰੇ ਸਟੇਟਸ ਇੱਕੋ ਜਿਹੇ ਨਹੀਂ ਹੈ, ਕੋਈ ਅਮੀਰ ਵੀ ਰਾਜ ਹੈ, ਕੋਈ ਗਰੀਬ ਵੀ ਹੈ, ਤਾਂ ਉਸ ਹਿਸਾਬ ਦੇ ਨਾਲ ਰਾਜਾਂ ਦੇ ਵਿੱਚ ਜਿਹੜੀ ਡਿਸਟਰੀਬਿਊਸ਼ਨ ਆ ਉਹ ਕੀਤੀ ਜਾਂਦੀ ਹੈ। ਫਿਰ ਐਕਸਚੇਂਜ, ਕਿ ਜਿਹੜੀ ਅਦਲਾ ਬਦਲੀ ਕਰਨੀ ਹੈਗੀ ਹੈ, ਜਿਵੇਂ ਕਿਸੇ ਕੰਟਰੀ ਨੂੰ ਵੀਟ ਦੀ ਜ਼ਰੂਰਤ ਹੈ ਅਤੇ ਆਪਾਂ ਨੂੰ ਉਹਨਾਂ ਤੋਂ ਆਇਲ ਦੀ ਜ਼ਰੂਰਤ ਹੈ, ਤਾਂ ਐਕਸਚੇਂਜ ਕਰ ਲੈਣਾ। ਮਨੀ ਐਕਸਚੇਂਜ ਵੀ ਹੋ ਜਾਂਦਾ ਕਿ ਮਨੀ ਦੇ ਕੇ ਲੈ ਲੈਣਾ ਹੈ ਨਾ। ਤਾਂ ਇਹ ਥਿੰਗ ਐਕਸਚੇਂਜ ਵੀ ਹੋ ਜਾਂਦਾ ਵੀ ਕਿਸੇ ਚੀਜ਼ ਦੇ ਬਦਲੇ ਚੀਜ਼ ਲੈ ਲੈਣਾ। ਸੈਕਿੰਡ ਹੈ ਇਕਨੋਮਿਕ ਸਟਰਕਚਰ ਇਜ਼ ਰੈਗੂਲੇਟਡ ਬਾਈ ਦਾ ਲਾਜ਼ ਆਫ ਸਟੇਟ, ਕਿ ਜਿਹੜਾ ਇਕਨੋਮਿਕ ਢਾਂਚਾ ਹੈ ਉਹ ਕਿਹਦੇ ਦੁਆਰਾ ਰੈਗੂਲੇਟ ਹੁੰਦਾ, ਲਾਜ਼ ਦੇ, ਸਟੇਟ ਦੇ ਲਾਜ਼ ਦੁਆਰਾ ਹੁੰਦਾ। ਜਿਵੇਂ ਫਸਟ ਹੈ ਟੈਕਸੇਸ਼ਨ, ਕਿੰਨਾ ਟੈਕਸ ਲੱਗੇਗਾ, ਕਿਹੜਾ ਸੈਂਟਰ ਗਵਰਨਮੈਂਟ ਲਾਏਗੀ, ਕਿਹੜਾ ਸਟੇਟ ਗਵਰਨਮੈਂਟ ਲਾਏਗੀ, ਕਿਹੜਾ ਟੈਕਸ ਕੌਣ ਕਲੈਕਟ ਕਰੇਗਾ ਹੈ ਨਾ। ਇਹ ਸਾਰੇ ਲਾਜ਼ ਨੇ ਜਿਹੜੇ ਸਟੇਟ ਦੁਆਰਾ ਡਿਸਾਈਡ ਹੁੰਦੇ ਆ ਅਤੇ ਇਹ ਹਿੱਸਾ ਟੈਕਸੇਸ਼ਨ ਕਿਹਦਾ, ਇਕਨੋਮਿਕ ਸਟਰਕਚਰ ਦਾ। ਇੰਪੋਰਟ ਐਂਡ ਐਕਸਪੋਰਟ, ਕਿੰਨਾ ਇੰਪੋਰਟ ਕਰਨਾ ਹੈ ਕਿਹੜੇ ਕੰਟਰੀ ਨੂੰ, ਐਕਸਪੋਰਟ ਕਿੰਨਾ ਕਰਨਾ ਹੈ, ਇਕਨੋਮਿਕ ਸਟਰਕਚਰ ਦਾ ਹਿੱਸਾ ਨੇ ਇਹ। ਪਰ ਇੰਪੋਰਟ ਐਕਸਪੋਰਟ 'ਤੇ ਜਿਹੜਾ ਮਤਲਬ ਕਿ ਕੌਣ ਇਸ ਚੀਜ਼ ਨੂੰ ਦੇਖੇਗਾ, ਤਾਂ ਉਹ ਸਟੇਟ ਦਾ ਹਿੱਸਾ ਹੈ, ਗਵਰਨਮੈਂਟ ਦਾ ਹਿੱਸਾ ਹੈ। ਥਰਡ ਹੈ ਟੂ ਰੈਗੂਲੇਟ ਦਾ ਸਪਲਾਈਜ਼ ਆਫ ਕਮੋਡਿਟੀਜ਼, ਕਿ ਜਿਹੜੀਆਂ ਸਪਲਾਈ ਹੁੰਦੀ ਹੈ ਕਮੋਡਿਟੀਜ਼ ਦੀ, ਵਸਤੂਆਂ ਦੀ, ਉਹਨੂੰ ਰੈਗੂਲੇਟ ਕਰਨਾ। ਇੰਪੋਰਟ ਐਕਸਪੋਰਟ ਐਕਸਚੇਂਜ ਆਪਾਂ ਉੱਪਰ ਵੀ ਪੜ੍ਹ ਕੇ ਗਏ ਹੈਗੇ ਹਾਂ ਕਿ ਜਿਹੜਾ ਕਿਸੇ ਦੇਸ਼ ਨੂੰ ਕਿੰਨਾ ਭੇਜਣਾ ਹੈ, ਕਿੰਨਾ ਮੰਗਵਾਉਣਾ ਹੈ, ਕਿੰਨੀ ਦੀ ਆਪਾਂ ਨੂੰ ਜ਼ਰੂਰਤ ਹੈ, ਇਹ ਸਾਰਾ ਕੁਝ ਡਿਸਾਈਡ ਹੈ ਜਿਹੜਾ ਉਹ ਗਵਰਨਮੈਂਟ ਕਰਦੀ ਹੈ। ਪਰ ਇੰਪੋਰਟ ਐਕਸਪੋਰਟ ਜਿਹੜਾ ਟੌਪਿਕ ਹੈ ਉਹ ਇਕਨੋਮਿਕਸ ਦਾ। ਦੋਨਾਂ ਦੇ ਵਿੱਚ ਸਿਮਿਲੈਰਿਟੀਜ਼ ਵੀ ਨੇ ਰਾਜੇ। ਮੈਨ ਇਨ ਸੋਸਾਇਟੀ ਇਜ਼ ਅ ਕੋਮਨ ਸਬਜੈਕਟ ਮੈਟਰ ਆਫ ਦਾ ਬੋਥ, ਕਿ ਦੋਨਾਂ ਦਾ ਜਿਹੜਾ ਸਬਜੈਕਟ ਮੈਟਰ ਉਹ ਮੈਨ ਹੈ। ਪੋਲੀਟੀਕਲ ਸਾਇੰਸ ਵੀ ਹਿਊਮਨ ਬਿਹੇਵੀਅਰ ਅਤੇ ਹਿਊਮਨ ਦੇ ਆਲੇ ਦੁਆਲੇ ਘੁੰਮਦਾ, ਅਤੇ ਇਕਨੋਮਿਕ ਸਟਰਕਚਰ ਵੀ ਇਹਨਾਂ ਦੋਨਾਂ ਦੇ ਆਲੇ ਦੁਆਲੇ ਹੀ ਘੁੰਮਦਾ। ਬੋਥ ਪੋਲੀਟੀਕਲ ਸਾਇੰਸ ਐਂਡ ਇਕਨੋਮਿਕਸ ਆਰ ਨੋਰਮੈਟਿਵ ਸਾਇੰਸਿਸ, ਕਿ ਦੋਨੋਂ ਸਬਜੈਕਟ ਨੇ ਜਿਹੜੇ ਰਾਜਨੀਤਿਕ ਵਿਗਿਆਨ ਅਤੇ ਆਰਥਿਕਤਾ ਜਾਂ ਤੁਸੀਂ ਕਹਿ ਲਓ ਕਿ ਅਰਥ ਸ਼ਾਸਤਰ, ਦੋਨੋਂ ਹੀ ਨੋਰਮੇਟਿਵ ਸਾਇੰਸਿਸ ਨੇ, ਦੋਨੋਂ ਹੀ ਵੈਲਿਊਜ਼ ਦੇ ਉੱਪਰ ਵੀ ਡਿਪੈਂਡ ਨੇ, ਅਤੇ ਦੋਨਾਂ ਦੇ ਕੁਛ ਨੋਰਮਸ ਬਣੇ ਹੋਏ ਨੇ ਜਿਨ੍ਹਾਂ 'ਤੇ ਆਧਾਰਿਤ ਇਹ ਚੱਲਦੀਆਂ ਨੇ।
ਨੈਕਸਟ ਹੈ ਰਿਲੇਸ਼ਨਸ਼ਿਪ ਬਿਟਵੀਨ ਪੋਲੀਟੀਕਲ ਸਾਇੰਸ ਐਂਡ ਹਿਸਟਰੀ। ਹਿਸਟਰੀ ਅਤੇ ਪੋਲੀਟੀਕਲ ਸਾਇੰਸ ਦਾ ਆਪਸ ਦੇ ਵਿੱਚ ਕੀ ਰਿਲੇਸ਼ਨ ਹੈ? ਹਿਸਟਰੀ ਇਜ਼ ਦਾ ਸਟੱਡੀ ਆਫ ਪਾਸਟ। ਫਸਟ ਹੈ ਕੰਟਰੀਬਿਊਸ਼ਨ ਆਫ ਹਿਸਟਰੀ ਟੂ ਪੋਲੀਟੀਕਲ ਸਾਇੰਸ, ਕਿ ਪੋਲੀਟੀਕਲ ਸਾਇੰਸ ਦੀ ਕੀ ਕੰਟਰੀਬਿਊਸ਼ਨ ਹੈ ਹਿਸਟਰੀ ਨੂੰ। ਫਸਟ ਪੁਆਇੰਟ ਹੈ ਹਿਸਟਰੀ ਪ੍ਰੋਵਾਈਡਸ ਦਾ ਹੈਲਪਿੰਗ ਮਟੀਰੀਅਲ ਟੂ ਅੰਡਰਸਟੈਂਡ ਦਾ ਸਬਜੈਕਟ ਮੈਟਰ ਆਫ ਪੋਲੀਟੀਕਲ ਸਾਇੰਸ, ਕਿ ਅਗਰ ਰਾਜਨੀਤੀ ਵਿਗਿਆਨ ਹੈ ਉਸ ਸਬਜੈਕਟ ਨੂੰ ਅਗਰ ਆਪਾਂ ਡੀਪਲੀ ਅੰਡਰਸਟੈਂਡ ਕਰਨਾ ਉਹਦੀ ਸਬਜੈਕਟ ਮੈਟਰ ਨੂੰ, ਤਾਂ ਹਿਸਟਰੀ ਹੈ ਜਿਹੜੀ ਉਹ ਆਪਾਂ ਨੂੰ ਹੈਲਪਿੰਗ ਮਟੀਰੀਅਲ ਹੈ ਜਿਹੜਾ ਉਹ ਪ੍ਰੋਵਾਈਡ ਕਰਦੀ ਹੈ। ਜਿਵੇਂ ਐਗਜ਼ਾਮਪਲ ਹੈ ਜੇ ਬ੍ਰਿਟਿਸ਼ਿਸ ਇੰਡੀਆ ਦੇ ਵਿੱਚ ਆਈ, ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਉਹ ਯੂਕੇ ਬ੍ਰਿਟਿਸ਼ ਤੋਂ ਲੈ ਕੇ ਆਏ, ਇੰਡੀਆ ਦੇ ਵਿੱਚ ਅਪਲਾਈ ਕੀਤਾ। ਠੀਕ ਹੈ, ਇਹ ਸਾਰਾ ਕੁਛ ਆਪਾਂ ਹਿਸਟਰੀ 'ਚ ਦੇਖਦੇ ਹੈਗੇ ਆ। ਕੌਂਸਟੀਟਿਊਂਟ ਅਸੈਂਬਲੀ ਬਣੀ ਹੈ ਨਾ, ਉਹ ਇੰਡੀਆ ਦੇ ਵਿੱਚ ਆਉਂਦੇ ਨੇ, ਰੂਲ ਕਰਦੇ ਨੇ। ਕੰਪਨੀ ਰੂਲ ਹੁੰਦਾ 1857 ਤੋਂ ਪਹਿਲਾਂ, 1857 ਤੋਂ ਬਾਅਦ ਕਰਾਊਨ ਰੂਲ ਆਉਂਦਾ ਹੈ ਨਾ। ਇਹ ਸਾਰਾ ਕੁਛ ਆਪਾਂ ਹਿਸਟਰੀ 'ਚ ਦੇਖਦੇ ਹਾਂ। ਪਰ ਜਿਹੜਾ ਉਸਨੂੰ ਸਮਝਣਾ ਆਪਾਂ ਪਾਰਲੀਮੈਂਟਰੀ ਸਿਸਟਮ ਨੂੰ ਵੀ ਕੀ ਹੈ, ਕਿਵੇਂ ਬਣਿਆ, ਲੈਜਿਸਲੇਸ਼ਨ ਕਿਵੇਂ ਬਣੀ ਹੈ ਨਾ, ਕਿਵੇਂ ਇਹ ਸਾਰਾ ਕੁਛ ਐਗਜ਼ਿਸਟ ਹੋਇਆ, ਤਾਂ ਉਹਦਾ ਜਿਹੜਾ ਮਟੀਰੀਅਲ ਆ ਉਹ ਆਪਾਂ ਨੂੰ ਹਿਸਟਰੀ 'ਚੋਂ ਮਿਲਦਾ। ਨੈਕਸਟ ਹੈ ਸੈਕਿੰਡ ਪੁਆਇੰਟ, ਦਾ ਫੰਡਾਮੈਂਟਲ ਬੇਸਿਸ ਆਫ ਪੋਲੀਟੀਕਲ ਇੰਸਟੀਟਿਊਸ਼ਨਸ ਇਜ਼ ਰੂਟਡ ਇਨ ਹਿਸਟਰੀ, ਕਿ ਜਿਹੜੇ ਫੰਡਾਮੈਂਟਲ ਬੇਸਿਸ ਨੇ ਜਿੰਨੇ ਵੀ ਪੋਲੀਟੀਕਲ ਇੰਸਟੀਟਿਊਸ਼ਨ ਹੈ, ਚਾਹੇ ਪਾਰਲੀਮੈਂਟ ਹੈ, ਚਾਹੇ ਜੁਡੀਸ਼ਰੀ ਹੈ ਨਾ, ਚਾਹੇ ਲੋਕ ਸਭਾ ਹੈ, ਰਾਜ ਸਭਾ ਹੈ, ਕੋਈ ਵੀ ਇਹਨਾਂ ਸਾਰਿਆਂ ਦੀਆਂ ਰੂਟਸ ਨੇ ਜਿਹੜੀਆਂ ਉਹ ਹਿਸਟਰੀ ਦੇ ਵਿੱਚ ਨੇ। ਆਪਾਂ ਨੂੰ ਹਿਸਟਰੀ ਦੇ ਵਿੱਚ ਇਹ ਮਤਲਬ ਡਿਵੈਲਪ ਹੋਇਆ ਸਾਰਾ ਕੁਛ, ਉਸ ਬਾਰੇ ਆਪਾਂ ਨੂੰ ਹਿਸਟਰੀ ਦੇ ਵਿੱਚੋਂ ਪਤਾ ਚੱਲਦਾ ਹੈਗਾ। ਨੈਕਸਟ ਹੈ ਕੰਟਰੀਬਿਊਸ਼ਨ ਆਫ ਪੋਲੀਟੀਕਲ ਸਾਇੰਸ ਟੂ ਹਿਸਟਰੀ, ਕਿ ਪੋਲੀਟੀਕਲ ਸਾਇੰਸ ਹਿਸਟਰੀ ਨੂੰ ਕੀ ਕੰਟਰੀਬਿਊਟ ਕਰਦੀ ਹੈ। ਫਸਟ ਇਜ਼ ਹਿਸਟਰੀ ਇਜ਼ ਇਨਕੰਪਲੀਟ ਵਿਦਆਊਟ ਦਾ ਸਟੱਡੀ ਆਫ ਪੋਲੀਟੀਕਲ ਸਾਇੰਸ, ਕਿ ਰਾਜਨੀਤਿਕ ਵਿਗਿਆਨ ਤੋਂ ਬਿਨਾਂ ਹਿਸਟਰੀ ਹੈ ਜਿਹੜੀ ਉਹ ਕਦੇ ਪੂਰੀ ਨਹੀਂ ਹੋ ਸਕਦੀ। ਜਿਵੇਂ ਹੁਣ ਕਿੰਗ ਹੈ, ਉਸਨੇ ਕਿਵੇਂ ਰੂਲ ਕੀਤਾ, ਕੀ ਉਹਦੇ ਐਡਮਿਨਿਸਟ੍ਰੇਟਿਵ ਕਾਰਜ ਸੀਗੇ, ਕੀ ਉਹਦੇ ਲੈਜਿਸਲੇਟਿਵ ਕਾਰਜ ਸੀਗੇ ਹੈ ਨਾ, ਕੀ ਉਹਨੇ ਡਿਵੈਲਪਮੈਂਟ ਕੀਤਾ, ਇਹ ਸਾਰਾ ਕੁਛ ਰੂਲ ਕੀਤਾ ਉਹਨੇ, ਰੂਲਰ ਨੇ। ਠੀਕ ਹੈ, ਇਹ ਸਾਰਾ ਕੁਛ ਪੋਲੀਟੀਕਲ ਸਾਇੰਸ ਦਾ ਹਿੱਸਾ ਹੈ, ਅਤੇ ਇਸ ਕਰਕੇ ਹਿਸਟਰੀ ਕੰਪਲੀਟ ਨਹੀਂ ਹੋ ਸਕਦੀ ਪੋਲੀਟੀਕਲ ਸਾਇੰਸ ਬਿਨਾਂ। ਸੈਕਿੰਡ ਹੈ ਮੈਨੀ ਹਿਸਟੋਰੀਕਲ ਈਵੈਂਟਸ ਆਰ ਇਨਫਲੂਐਂਸਡ ਬਾਈ ਦਾ ਪੋਲੀਟਿਕਸ ਆਫ ਦੈਟ ਟਾਈਮ, ਬਹੁਤ ਸਾਰੇ ਇਹੋ ਜਿਹੇ ਈਵੈਂਟਸ ਨੇ ਹਿਸਟੋਰੀਕਲ ਜਿਹੜੀ ਕਿ ਉਸ ਸਮੇਂ ਦੀ ਪੋਲੀਟਿਕਸ ਤੋਂ ਪ੍ਰਭਾਵਿਤ ਨੇ। ਜਿਵੇਂ 1857 ਰਿਵੋਲਟ ਲਾ ਲਓ ਹੈ ਨਾ, ਇੱਕ ਮਤਲਬ ਉਹਨਾਂ ਨੇ ਇਹੋ ਜਿਹੇ ਕਾਰਤੂਸ ਬਣਾਏ ਜਿਨ੍ਹਾਂ ਨੂੰ ਮੂੰਹ ਨਾਲ ਛਿੱਲਣਾ ਪੈਂਦਾ ਸੀਗਾ, ਇੱਕ ਪੋਲਿਸੀ ਬਣਾਈ ਉਹਨਾਂ ਨੇ, ਪੋਲੀਟੀਕਲ ਸਾਇੰਸ ਦਾ ਹਿੱਸਾ ਹੋ ਗਿਆ। ਪਰ ਈਵੈਂਟ ਜਿਹੜਾ 1857 ਰਿਵੋਲਟ ਹੋਇਆ ਉਹ ਹਿਸਟਰੀ ਦਾ ਹਿੱਸਾ ਹੋ ਗਿਆ। ਅਤੇ ਇਹ ਵੀ ਹੁੰਦਾ ਕਿ ਸਮਟਾਈਮ ਪੋਲੀਟੀਕਲ ਈਵੈਂਟਸ ਨੇ ਜਿਹੜੇ ਉਹ ਪੋਲੀਟਿਕਸ ਦਾ ਹਿੱਸਾ ਹੀ ਹੁੰਦੇ ਨੇ। ਨੈਕਸਟ ਹੈ ਪੁਆਇੰਟ ਆਫ ਡਿਫਰੈਂਸ ਬਿਟਵੀਨ ਬੋਥ, ਦੋਨਾਂ ਦੇ ਵਿੱਚ ਡਿਫਰੈਂਸ ਕੀ ਹੈ। ਪੋਲੀਟੀਕਲ ਸਾਇੰਸ ਇਜ਼ ਨੋਟ ਕੰਸਰਨਡ ਵਿਦ ਐਵਰੀਥਿੰਗ ਦੈਟ ਹਿਸਟਰੀ ਨਰੇਟਸ, ਕਿ ਰਾਜਨੀਤਿਕ ਵਿਗਿਆਨ ਦਾ ਸਾਰਾ ਕੁਛ ਉਹ ਵਿਸ਼ਾ ਨਹੀਂ ਹੈ ਜਿਹੜਾ ਆਪਾਂ ਹਿਸਟਰੀ ਦੇ ਵਿੱਚ ਨਰੇਟ ਕਰਦੇ ਹਾਂ। ਕੁਛ ਕੁ ਚੀਜ਼ਾਂ ਆਪਾਂ ਹਿਸਟਰੀ 'ਚੋਂ ਲੈਂਦੇ ਹਾਂ ਨੋ ਡਾਊਟ, ਪਰ ਸਾਰਾ ਕੁਛ ਮਤਲਬ ਸਟੱਡੀ ਮਟੀਰੀਅਲ ਆਪਾਂ ਨੂੰ ਹਿਸਟਰੀ ਦੇ ਵਿੱਚੋਂ ਨਹੀਂ ਮਿਲਦਾ। ਹਿਸਟਰੀ ਇਜ਼ ਨਰੇਟਿਵ, ਹਿਸਟਰੀ ਨਰੇਟਿਵ ਹੈ ਕਿ ਆਪਾਂ ਨਰੇਟ ਕਰ ਸਕਦੇ ਹਾਂ, ਇੱਕ ਕਹਾਣੀ ਬਣਾ ਕੇ ਸੁਣਾ ਸਕਦੇ ਹਾਂ। ਐਂਡ ਫੈਕਚੁਅਲ, ਫੈਕਟ 'ਤੇ ਆਧਾਰਿਤ ਹੈ, ਜੋ ਆਪਣੇ ਕੋਲ ਫੈਕਟ ਮਿਲੇ ਆਪਾਂ ਨੂੰ ਕਿਸੇ ਬੁੱਕਸ 'ਚੋਂ ਮਿਲਿਆ ਹੈ ਨਾ, ਕਿਤੇ ਆਪਾਂ ਨੂੰ ਮੋਨੂਮੈਂਟਸ ਤੋਂ ਮਿਲੇ ਹੈਗੇ ਆ, ਉਹ ਫੈਕਟਸ 'ਤੇ ਆਧਾਰਿਤ ਹੈ। ਬਟ ਪੋਲੀਟੀਕਲ ਸਾਇੰਸ ਇਜ਼ ਸਪੈਕੂਲੇਟਿਵ, ਕਿ ਜਿਹੜੀ ਰਾਜਨੀਤਿਕ ਵਿਗਿਆਨ ਹੈ ਉਹ ਵਿਚਾਰਾਤਮਕ ਹੈਗੀ ਆ। ਵਿਚਾਰਾਤਮਕ ਤੋਂ ਮਤਲਬ ਹੈਗਾ ਕਿ ਇੱਕ ਕੁਛ ਨਵਾਂ ਵਰਡ ਆਇਆ, ਉਸਨੂੰ ਡਿਵੈਲਪ ਕੀਤਾ, ਫਿਰ ਉਸਨੂੰ ਸੁਸਾਇਟੀ 'ਤੇ ਅਪਲਾਈ ਕਰਕੇ ਦੇਖਿਆ, ਅਗਰ ਉਹ ਠੀਕ ਹੈ ਤਾਂ ਉਸਨੂੰ ਅਪਲਾਈ ਕਰ ਲਿਆ, ਦੈਟ ਇਜ਼ ਸਪੈਕੂਲੇਟਿਵ। ਸਪੈਕੂਲੇਟਿਵ ਹੁੰਦਾ ਹੈ ਵਿਚਾਰਾਤਮਕ। ਨੈਕਸਟ ਹੈ ਹਿਸਟਰੀ ਡੀਲਸ ਵਿਦ ਪਾਸਟ, ਹਿਸਟਰੀ ਪਾਸਟ ਦੇ ਨਾਲ ਡੀਲ ਕਰਦੀ ਹੈ ਜੋ ਪਿੱਛੇ ਹੋ ਚੁੱਕਿਆ ਹੈ। ਵਾਈਲ ਪੋਲੀਟੀਕਲ ਸਾਇੰਸ ਵਿੱਚ ਪ੍ਰੈਜੈਂਟ, ਪਾਸਟ ਐਂਡ ਫਿਊਚਰ, ਕਿ ਜਿਹੜੀ ਪੋਲੀਟੀਕਲ ਸਾਇੰਸ ਉਹ ਪਿੱਛੇ ਕੀ ਹੋਇਆ, ਪ੍ਰੈਜੈਂਟ ਕੀ ਚੱਲ ਰਿਹਾ ਹੈ ਨਾ, ਤਾਂ ਫਿਊਚਰ ਦੇ ਵਿੱਚ ਕੀ ਹੋਇਆ, ਉਹ ਸਾਰੇ ਮਤਲਬ ਜਿੰਨੇ ਵੀ ਵਿਸ਼ੇ ਨੇ ਉਹਨਾਂ ਸਾਰਿਆਂ ਦੇ ਨਾਲ ਡੀਲ ਕਰਦੀ ਹੈ। ਜਿਵੇਂ ਕਿ ਹੁਣ ਆਪਾਂ ਇਹ ਦੇਖਣਾ ਹੈ ਵੀ ਕਾਂਗਰਸ 10 ਈਅਰਸ ਰੂਲ ਕਰਕੇ ਗਈ ਹੈ, ਉਹ ਮਤਲਬ ਪੋਲੀਟੀਕਲ ਗਰੋਥ ਜਾਂ ਇਕਨੋਮਿਕ ਗਰੋਥ ਕਿਵੇਂ ਦੇ ਰਹੀ, ਤਾਂ ਉਹ ਪਾਸਟ ਹੋ ਗਿਆ। ਪ੍ਰੈਜੈਂਟ ਜੋ ਚੱਲ ਰਿਹਾ ਹੈਗਾ, ਚੰਦਰਯਾਨ 3 ਹੋ ਗਿਆ, ਇਹਦੀ ਸਟੱਡੀ ਕਰਨੀ ਆ ਆਪਾਂ, ਜਾਂ ਫਿਰ ਇੰਟਰਨੈਸ਼ਨਲ ਪੋਲੀਟਿਕਸ ਦੇ ਵਿੱਚ ਇੰਡੀਆ ਦੀ ਕੀ ਪਲੇਸ ਹੈ, ਜਗ੍ਹਾ ਕਰਨੀ ਹੈ, ਤਾਂ ਇਹ ਹੋ ਗਿਆ। ਫਿਊਚਰ ਜਦੋਂ ਆਪਾਂ ਗਵਰਨਮੈਂਟ ਡਿਸਾਈਡ ਕਰਦੇ ਵੀ ਕਿ ਆਹ ਗਵਰਨਮੈਂਟ ਆ ਜੇ ਤਾਂ ਦੈਟ ਇਜ਼ ਫਿਊਚਰ। ਤਾਂ ਪੋਲੀਟੀਕਲ ਸਾਇੰਸ ਹੈ ਜਿਹੜਾ ਪ੍ਰੈਜੈਂਟ, ਪਾਸਟ ਅਤੇ ਫਿਊਚਰ ਤਿੰਨਾਂ ਦੇ ਨਾਲ ਡੀਲ ਕਰਦਾ ਹੈ। ਇਹ ਰਜੀ ਆਪਾਂ ਦੋ ਸਬਜੈਕਟਸ ਦਾ ਜਿਹੜਾ ਰਿਲੇਸ਼ਨਸ਼ਿਪ ਆ ਉਹ ਪੜ੍ਹਿਆ। ਪੋਲੀਟੀਕਲ ਸਾਇੰਸ ਇੱਕ ਰਿਲੇਸ਼ਨਸ਼ਿਪ ਵਿਦ ਇਕਨੋਮਿਕਸ ਐਂਡ ਹਿਸਟਰੀ, ਅਤੇ ਨੈਕਸਟ ਜਿਹੜੇ 2 ਰਿਲੇਸ਼ਨਸ਼ਿਪ ਰਹਿ ਗਏ ਬੱਚੇ ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਦੇਖਾਂਗੇ। ਠੀਕ ਹੈ, ਧੰਨਵਾਦ ਬਹੁਤ ਬਹੁਤ। ਪਲੀਜ਼ ਇੱਕ ਵਾਰੀ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਥੈਂਕ ਯੂ।